ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ 10ਵੀਂ ਸ਼੍ਰੇਣੀ ਦਾ ਅਰਥ ਸ਼ਾਸਤਰ ਦਾ ਲੈਸਨ ਨੰਬਰ 2 ਹੈ ਜੀ, ਆਧਾਰਿਕ ਸੰਰਚਨਾ ਰਿਵੀਜ਼ਨ ਚੱਲ ਰਹੀ ਹੈ ਜੀ ਸਾਡੀ। ਇੱਕ ਨੰਬਰ ਦੇ ਕੁਐਸਚਨ ਦੀ ਸਭ ਤੋਂ ਪਹਿਲਾਂ ਰਿਵੀਜ਼ਨ ਕਰਾਂਗੇ। ਵੀਡੀਓ ਦੇ ਬਣੇ ਰਹਿੰਦੇ ਲਈ ਚੈਨਲ ਤੇ ਬਣੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਘੰਟੀ ਵਾਲੇ ਬਟਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦੀ ਰਹੇ। ਇਸ ਦੇ ਨਾਲ ਹੀ ਤੁਹਾਨੂੰ ਇਸ ਦੇ ਵੀਡੀਓ ਦੇ ਕਮੈਂਟ ਬਾਕਸ ਔਰ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਸ ਦਾ ਗੂਗਲ ਫਾਰਮ ਲਿੰਕ ਸੈਂਡ ਕੀਤਾ ਜਾਊਗਾ, ਜਿਸ ਤੇ ਜਾ ਕੇ ਤੁਸੀਂ ਆਪਣਾ ਅਭਿਆਸ ਟੈਸਟ ਜ਼ਰੂਰ ਕਰਨਾ। ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਸ਼੍ਰੇਣੀ ਦੇ ਜਿੰਨੇ ਵੀ ਵਿਦਿਆਰਥੀ 10ਵੀਂ ਸ਼੍ਰੇਣੀ ਵਿੱਚ ਪੜ੍ਹਦੇ ਆ ਉਹ ਇਸ ਵੀਡੀਓ ਨੂੰ ਜ਼ਰੂਰ ਵੇਖਣ ਔਰ ਅਭਿਆਸ ਟੈਸਟ ਜ਼ਰੂਰ ਕਰਨ। ਇੰਗਲਿਸ਼ ਮੀਡੀਅਮ ਵਾਲਿਆਂ ਲਈ ਲਾਸਟ ਦੇ ਵਿੱਚ ਇੰਗਲਿਸ਼ ਮੀਡੀਅਮ ਦੇ ਨੋਟਸ ਇਸੇ ਲੈਸਨ ਦੇ ਪ੍ਰੋਵਾਈਡ ਹੋਣਗੇ, ਤਾਂ ਉਹ ਲਾਸਟ ਤੱਕ ਇਸ ਵੀਡੀਓ ਨੂੰ ਦੇਖ ਕੇ ਅੰਤ ਦੇ ਵਿੱਚ ਜਾ ਕੇ ਆਪਣੇ ਨੋਟਸ ਉੱਥੇ ਦੇਖ ਸਕਦੇ ਹਨ। ਤਾਂ ਰਿਵੀਜ਼ਨ ਟਾਈਮ ਹੈ, ਬੀ ਸੀਰੀਅਸ। ਸਾਡੇ ਜਿਹੜੇ ਬੋਰਡ ਦੇ ਪੇਪਰ ਬੜੇ ਨੇੜੇ ਆ ਰਹੇ ਨੇ, ਇਸ ਕਰਕੇ ਹਰ ਰੋਜ਼ ਡੇਲੀ ਜੋ ਵੀ ਵੀਡੀਓ ਆ ਰਹੀ ਹੈ ਉਸ ਨੂੰ ਦੇਖ ਕੇ ਆਪਣਾ ਟੈਸਟ ਜ਼ਰੂਰ ਕਰੋ, ਆਪਣੀ ਰਿਵੀਜ਼ਨ ਜਾਰੀ ਰੱਖੋ। ਤਾਂ ਪਹਿਲਾਂ ਅੱਜ ਅਸੀਂ ਖਾਲੀ ਥਾਵਾਂ ਹੈਗੀਆਂ। ਸਭ ਤੋਂ ਪਹਿਲਾਂ ਹਰ ਵਿਅਕਤੀ ਇੱਕ ਉਪਭੋਗਤਾ ਅਤੇ ਨਿਰਮਾਤਾ ਦੇ ਤੌਰ ਤੇ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਲਈ ਨਾ ਸਿਰਫ ਵਸਤੂਆਂ ਦੀ ਮੰਗ ਕਰਦਾ ਹੈ ਬਲਕਿ ਡੈਸ਼ ਦੀ ਮੰਗ ਵੀ ਕਰਦਾ ਹੈ, ਸੇਵਾਵਾਂ। ਤਾਂ ਜੋ ਲਾਲ ਅੱਖਰ ਵਾਲੇ ਹੋਣਗੇ ਉਹ ਸਾਰੇ ਸਾਡੀ ਫਿਲਿੰਗ ਦੀ ਬਲੈਂਕਸ ਦੇ ਵਿੱਚ ਖਾਲੀ ਥਾਵਾਂ ਦੇ ਵਿੱਚ ਅਸੀਂ ਭਰਨ ਵਾਲੇ ਹਾਂ। ਸੇਵਾਵਾਂ ਪੂੰਜੀ ਦਾ ਡੈਸ਼ ਕਿਸਮਾਂ ਦਾ ਹੁੰਦਾ ਹੈ। ਪੂੰਜੀ ਦਾ ਭੰਡਾਰ ਡੈਸ਼ ਕਿਸਮਾਂ ਦਾ ਹੁੰਦਾ ਹੈ, 2। ਪੂੰਜੀ ਦਾ ਭੰਡਾਰ 2 ਕਿਸਮਾਂ ਦਾ ਹੁੰਦਾ ਹੈ। ਨੰਬਰ 3 ਤੇ ਆ ਗਿਆ ਅਰਥ ਵਿਵਸਥਾ ਦੇ ਪੂੰਜੀ ਭੰਡਾਰ ਦਾ ਉਹ ਹਿੱਸਾ ਜੋ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਨਜ਼ਰੀਏ ਤੋਂ ਜ਼ਰੂਰੀ ਹੈ ਨੂੰ ਡੈਸ਼ ਕਹਿੰਦੇ ਹਨ, ਆਧਾਰਿਕ ਸੰਰਚਨਾ। ਠੀਕ ਹੈ ਜੀ, ਉਸ ਨੂੰ ਕੀ ਬੋਲਦੇ ਹਨ? ਆਧਾਰਿਕ ਸੰਰਚਨਾ। ਅਗਲਾ ਪ੍ਰਸ਼ਨ, ਅਗਲੀ ਜਿਹੜੀ ਖਾਲੀ ਥਾਂ ਹੈਗੀ ਹੈ ਇਹਦੇ ਵਿੱਚ ਹੈਗਾ ਪਾਣੀ ਰਾਹੀਂ ਆਵਾਜਾਈ ਜਲ ਮਾਰਗ ਨੂੰ ਡੈਸ਼ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, 3। ਪਾਣੀ ਰਾਹੀਂ ਜਿਹੜੀ ਆਵਾਜਾਈ ਹੈ ਉਸ ਨੂੰ ਅੱਗੇ 3 ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ। ਭਾਰਤ ਵਿੱਚ ਡੈਸ਼ ਸ਼ਕਤੀ ਦੇ ਡੈਸ਼ ਮਹੱਤਵਪੂਰਨ ਸਰੋਤ ਹਨ, 3। ਜਿਹੜੇ ਸ਼ਕਤੀ ਦੇ ਮਹੱਤਵਪੂਰਨ ਸਰੋਤ ਹਨ 3 ਹਨ। ਡੈਸ਼ ਭਾਰਤ ਦਾ ਕੇਂਦਰੀ ਬੈਂਕ ਹੈ, ਤਾਂ ਇੱਥੇ RBI ਲਿਖਿਆ ਹੋਇਆ ਹੈ। ਠੀਕ ਹੈ ਜੀ, ਕੇਂਦਰੀ ਬੈਂਕ ਹੈ ਸਾਡਾ ਜੋ RBI ਹੈਗਾ। ਠੀਕ ਹੈ, ਉਸ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਜਿਸ ਨੂੰ ਅਸੀਂ ਬੋਲਦੇ ਹਨ। ਉਸ ਤੋਂ ਬਾਅਦ ਆ ਗਿਆ 7ਵੀਂ ਖਾਲੀ ਥਾਂ ਹੈਗੀ ਆ 1969 ਵਿੱਚ ਬੈਂਕਾਂ ਅਤੇ ਡੈਸ਼ 7 ਹੋਰ ਬੈਂਕਾਂ ਅਰਥਾਤ ਕੁੱਲ 21 ਵਪਾਰਕ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ 1980 ਵਿੱਚ। 1969 ਵਿੱਚ 14 ਬੈਂਕਾਂ ਅਤੇ 1980 ਵਿੱਚ 7 ਹੋਰ ਬੈਂਕਾਂ ਅਰਥਾਤ ਕੁੱਲ 21 ਵਪਾਰਕ ਬੈਂਕਾਂ ਦਾ ਜਿਹੜਾ ਰਾਸ਼ਟਰੀਕਰਨ ਕੀਤਾ ਗਿਆ। ਰਾਸ਼ਟਰੀਕਰਨ ਦਾ ਅਰਥ ਹੈ ਕਿ ਦੇਸ਼ ਦੀ ਸਰਕਾਰ ਇਹਨਾਂ ਬੈਂਕਾਂ ਦੀ ਡੈਸ਼ ਬਣ ਗਈ ਹੈ। ਕੀ ਬਣ ਗਈ ਹੈ? ਮਾਲਕ ਬਣ ਗਈ ਹੈ। ਠੀਕ ਹੈ ਜੀ, ਅੱਗੇ ਆ ਗਿਆ ਜੀ 9ਵੀਂ ਜਿਹੜੀ ਖਾਲੀ ਥਾਂ ਹੈਗੀ ਹੈ ਐਗਜ਼ਿਮ ਯਾਨੀ ਆਯਾਤ ਨਿਰਯਾਤ ਬੈਂਕ ਨੂੰ ਡੈਸ਼ ਵਿੱਤੀ ਮਦਦ ਦੇਣ ਦੀ ਲਈ ਸਥਾਪਿਤ ਕੀਤਾ ਗਿਆ ਹੈ। ਕਿਹੜੀ ਵਿੱਤੀ ਮਦਦ? ਵਿਦੇਸ਼ੀ ਵਪਾਰ ਦੇ ਲਈ ਜਿਹੜੀ ਵਿੱਤੀ ਮਦਦ ਦੇਣ ਦੇ ਲਈ ਐਗਜ਼ਿਮ ਯਾਨੀ ਬੈਂਕ ਅਰਥਾਤ ਨਿਰਯਾਤ ਬੈਂਕ ਹੈ ਜਿਹੜੀ ਉਸਨੂੰ ਵਿਦੇਸ਼ੀ ਵਪਾਰ ਦੇ ਲਈ ਕੀਤਾ ਗਿਆ। ਸਰਕਾਰ ਡੈਸ਼ ਦੁਆਰਾ ਅਨਾਜ, ਖੰਡ, ਮਿੱਟੀ ਦਾ ਤੇਲ, ਮੋਟੇ ਕੱਪੜੇ ਆਦਿ ਜੀਵਨ ਦੀਆਂ ਜ਼ਰੂਰੀ ਵਸਤਾਂ ਨੂੰ ਰਿਆਇਤੀ ਭਾਅ ਤੇ ਸਹੀ ਕੀਮਤ ਦੀਆਂ ਵਾਲੀਆਂ ਦੁਕਾਨਾਂ ਰਾਹੀਂ ਵੰਡਦੀ ਹੈ। ਉਸ ਨੂੰ ਅਸੀਂ ਬੋਲਦੇ ਹਾਂ ਜੀ ਸਵਰਜਨਕ ਵਿਤਰਨ ਪ੍ਰਣਾਲੀ। ਅਸੀਂ ਲੈਸਨ ਦੇ ਵਿੱਚ ਪੜ੍ਹਿਆ ਹੋਣਾ, ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਘੱਟ ਭਾਅ ਤੇ ਦਿੱਤੀਆਂ ਜਾਂਦੀਆਂ ਹਨ। ਸਰਕਾਰ ਵਿੱਚ ਸਵਰਜਨਕ ਵਿਤਰਨ ਪ੍ਰਣਾਲੀ ਦੇ ਡੈਸ਼ ਅੰਗ ਹਨ। ਕਿੰਨੇ ਅੰਗ ਹਨ ਜੀ? 3 ਅੰਗ ਹਨ ਸਵਰਜਨਕ ਵਿਤਰਨ ਪ੍ਰਣਾਲੀ ਦੇ। ਹਰੇਕ ਵਾਜਬ ਕੀਮਤ ਦੀ ਦੁਕਾਨ ਲਗਭਗ ਡੈਸ਼ ਦੀ ਆਬਾਦੀ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। 2000 ਦੀ ਆਬਾਦੀ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਹਰੇਕ ਵਾਜਬ ਕੀਮਤ ਦੀ ਦੁਕਾਨ ਲਗਭਗ 2000 ਦੀ ਆਬਾਦੀ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਅੱਗੇ ਕੁਝ ਸਹੀ ਗਲਤ ਹੈ ਇਹ ਵੀ ਅਸੀਂ ਕਵਰ ਕਰਦੇ ਹਾਂ ਜੀ। ਆਧਾਰਿਕ ਸੰਰਚਨਾ ਦੀ ਘਾਟ ਆਰਥਿਕ ਵਿਕਾਸ ਦੇ ਰਾਹ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕਰਦੀ। ਨਹੀਂ ਜੀ ਕਰਦੀ, ਇਸ ਕਰਕੇ ਗਲਤ ਹੈ ਜੀ। ਲੰਬੀ ਦੂਰੀ ਤੋਂ ਯਾਤਰੀਆਂ ਅਤੇ ਭਾਰੀ ਸਮੱਗਰੀ ਨੂੰ ਲਿਆਉਣ ਵਾਲੇ ਰੇਲਵੇ ਆਵਾਜਾਈ ਦਾ ਸਭ ਤੋਂ ਸਸਤਾ ਸਾਧਨ ਹੈ। ਸਹੀ ਹੈ ਜੀ, ਬਿਲਕੁਲ ਸਹੀ ਹੈ ਜੀ। ਰੇਲਵੇ ਸਭ ਤੋਂ ਸਸਤਾ ਸਾਧਨ ਹੈ। ਇੰਡੀਅਨ ਰੇਲਵੇ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਤੇ ਦੁਨੀਆ ਵਿੱਚ ਚੌਥੇ ਨੰਬਰ ਤੇ ਹੈ। ਬਿਲਕੁਲ ਸਹੀ ਹੈ ਜੀ। ਇੰਡੀਅਨ ਰੇਲਵੇ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਹੈ ਤੇ ਦੁਨੀਆ ਦੇ ਵਿੱਚ ਚੌਥੇ ਨੰਬਰ ਤੇ। ਬਹੁਤ ਹੀ ਮਹੱਤਵਪੂਰਨ ਹੈ, ਇਸ ਨੂੰ ਅਸੀਂ ਕਵਰ ਕਰਨਾ। ਵਿਕਾਸਸ਼ੀਲ ਦੇਸ਼ਾਂ ਵਿੱਚੋਂ ਭਾਰਤੀ ਸਮੁੰਦਰੀ ਜਹਾਜ਼ ਰਾਣੀ ਦਾ ਪਹਿਲਾ ਸਥਾਨ, ਏਸ਼ੀਆ ਵਿੱਚ ਦੂਜਾ ਸਥਾਨ ਅਤੇ ਵਿਸ਼ਵ ਵਿੱਚ 16ਵਾਂ ਸਥਾਨ ਹੈ। ਇਹ ਵੀ ਬਿਲਕੁਲ ਸਹੀ ਹੈ ਜੀ। ਕਿੰਨੀ ਮਹੱਤਵਪੂਰਨ ਜਾਣਕਾਰੀ ਇੱਕ ਹੀ ਲਾਈਨ ਦੇ ਵਿੱਚ। ਵਿਕਾਸਸ਼ੀਲ ਦੇਸ਼ਾਂ ਵਿੱਚੋਂ ਭਾਰਤੀ ਸਮੁੰਦਰੀ ਜਹਾਜ਼ ਰਾਣੀ ਦਾ ਜਿਹੜਾ ਪਹਿਲਾ ਸਥਾਨ ਏਸ਼ੀਆ ਵਿੱਚ, ਦੂਸਰਾ ਸਥਾਨ ਹੈ ਜਿਹੜਾ ਵਿਸ਼ਵ ਵਿੱਚ ਅਤੇ 16ਵਾਂ ਸਥਾਨ ਹੈ ਵਿਸ਼ਵ ਦੇ ਵਿੱਚ। ਜਿਹੜਾ 16ਵਾਂ ਸਥਾਨ ਹੈ ਏਸ਼ੀਆ ਵਿੱਚ ਦੂਜਾ ਸਥਾਨ ਹੈ। ਠੀਕ ਹੈ ਜੀ, ਜਹਾਜ਼ ਰਾਣੀ ਦੇ ਵਿੱਚ ਜਿਹੜਾ ਭਾਰਤੀ ਦੀ ਗੱਲ ਕਰੀਏ ਤਾਂ ਬਿਲਕੁਲ ਸਹੀ ਹੈ ਜੀ। ਮੰਗ ਅਤੇ ਪੂਰਤੀ ਦੀਆਂ ਸਥਿਤੀਆਂ ਬਾਰੇ ਸਹੀ ਜਾਣਕਾਰੀ ਤੋਂ ਬਿਨਾਂ ਉਤਪਾਦਨ ਅਤੇ ਢੰਗ ਬਾਰੇ ਫੈਸਲਾ ਲੈਣਾ ਸੌਖਾ ਹੈ। ਗਲਤ ਹੈ ਜੀ। ਇਹ ਸਾਰੀਆਂ ਜੜੀਆਂ ਸਥਿਤੀਆਂ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਕੋਈ ਫੈਸਲਾ ਲੈਣਾ, ਇਹ ਗਲਤ ਹੋਏਗਾ। ਕਿਸੇ ਦੇਸ਼ ਦੁਆਰਾ ਖਪਤ ਕੀਤੀ ਬਿਜਲੀ ਦੀ ਮਾਤਰਾ ਨੂੰ ਉਸ ਦੇ ਉਦਯੋਗੀਕਰਨ ਅਤੇ ਆਰਥਿਕ ਵਿਕਾਸ ਦਾ ਸੂਚਕ ਮੰਨਿਆ ਜਾ ਰਿਹਾ ਹੈ। ਬਿਲਕੁਲ ਸਹੀ ਹੈ ਜੀ। ਕਿਸੇ ਦੇਸ਼ ਦੁਆਰਾ ਜਿੰਨੀ ਬਿਜਲੀ ਖਪਤ ਹੋ ਰਹੀ ਹੈ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਅਸੀਂ ਘਰ ਦੇ ਵਿੱਚ ਜਦੋਂ ਇਲੈਕਟ੍ਰੀਸਿਟੀ ਜਾਂ ਬਿਜਲੀ ਦੀ ਵਰਤੋਂ ਕਰਦੇ ਤਾਂ ਉਸ ਤੋਂ ਸਾਡਾ ਬਿੱਲ ਆਉਂਦਾ, ਤੇ ਬਿੱਲ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸਾਡੇ ਘਰ ਦੇ ਵਿੱਚ ਕੀ ਕੀ ਚੀਜ਼ਾਂ ਹਨ ਔਰ ਕੀ ਕੀ ਚੱਲ ਰਿਹਾ ਹੈ। ਠੀਕ ਹੈ ਜੀ।
ਭਾਰਤ ਕੋਲ ਪਰਮਾਣੂ ਊਰਜਾ ਪੈਦਾ ਕਰਨ ਲਈ ਖਣਿਜਾਂ ਦੀ ਘੱਟ ਮਾਤਰਾ ਹੈ, ਪਰ ਪਰਮਾਣੂ ਊਰਜਾ ਦੀ ਵੱਡੀ ਮਾਤਰਾ ਪੈਦਾ ਹੋ ਰਹੀ ਹੈ। ਗਲਤ ਹੈ ਜੀ ਇਹ ਵੀ। ਭਾਰਤ ਵਿੱਚ ਪੂਰਾ ਪੇਂਡੂ ਬਿਜਲੀਕਰਨ ਹੋ ਚੁੱਕਾ ਹੈ, ਇਹ ਵੀ ਗਲਤ ਹੈ ਜੀ। ਹਜੇ ਵੀ ਭਾਰਤ ਦਾ ਕੁਝ ਏਰੀਆ ਜਿਹੜਾ ਪੇਂਡੂ ਖੇਤਰ ਤੋਂ ਬਿਜਲੀ ਤੋਂ ਵਾਂਝਾ ਹੈ। ਏਕਾਧਿਕਾਰ ਅਤੇ ਪ੍ਰਤੀਬੰਧਾਤਮਕ ਵਿਵਹਾਰ ਆਯੋਗ ਵੱਡੇ ਉਤਪਾਦਕਾਂ ਦੀਆਂ ਬਣੀਆਂ ਬੇਈਮਾਨੀਆਂ ਦੀ ਜਾਂਚ ਨਹੀਂ ਕਰਦਾ। ਗਲਤ ਹੈ ਜੀ, ਇਹ ਕਰਦਾ ਹੈ। ਠੀਕ ਹੈ ਜੀ। ਅਗਲੀ ਜਿਹੜੀ ਸਹੀ ਗੱਲ ਦੇ ਵਿੱਚ ਆ ਜਾਂਦਾ ਜੀ 10 ਨੰਬਰ ਦੇ ਵਿੱਚ, ਸਰਕਾਰ ਨੇ ਮਨਜ਼ੂਰ ਜ਼ਰੂਰੀ ਚੀਜ਼ਾਂ ਨੂੰ ਘੱਟ ਕੀਮਤ ਦੇ ਰਾਸ਼ਨ ਕਾਰਡਾਂ ਰਾਹੀਂ ਵੰਡਣ ਲਈ ਲਗਭਗ 5 ਲੱਖ ਵਾਜਿਬ ਕੀਮਤ ਦੀਆਂ ਦੁਕਾਨਾਂ ਖੋਲ੍ਹੀਆਂ ਨੇ। ਬਿਲਕੁਲ ਸਹੀ ਹੈ ਜੀ। ਇਹ ਅਸੀਂ ਇਸ ਲੈਸਨ ਦੇ ਵਿੱਚ ਕਵਰ ਕੀਤਾ ਹੋਣਾ ਕਿ 5 ਲੱਖ ਵਾਜਿਬ ਕੀਮਤ ਦੀਆਂ ਜੋ ਅਸੀਂ ਸਰਵਜਨਿਕ ਵਿਤਰਨ ਪ੍ਰਣਾਲੀ ਬਾਰੇ ਪੜ੍ਹਿਆ, ਇਹ ਉਹਦੇ ਨਾਲ ਜੁੜਿਆ ਹੋਇਆ। ਅੱਗੇ ਬਹੁਤ ਵਿਕਲਪੀ ਪ੍ਰਸ਼ਨ ਹੈ ਜੀ, ਗਤੀਵਿਧੀਆਂ ਸਹੂਲਤਾਂ ਅਤੇ ਸੇਵਾਵਾਂ ਦੇ ਹੋਰ ਸੈਕਟਰਾਂ ਦੇ ਸੰਚਾਲਨ ਅਤੇ ਵਿਕਾਸ ਵਿੱਚ ਮਦਦਗਾਰ ਹੁੰਦੀਆਂ ਹਨ। ਉਹਨਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਜੀ? ਉਹਨਾਂ ਨੂੰ ਆਧਾਰਿਕ ਸੰਰਚਨਾ ਕਿਹਾ ਜਾਂਦਾ ਹੈ। ਦੂਸਰੇ ਨੰਬਰ ਤੇ ਆਵਾਜਾਈ ਦੇ ਆਧੁਨਿਕ ਤਰੀਕਿਆਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਮਲ ਨਹੀਂ ਕੀਤਾ ਜਾ ਸਕਦਾ? ਰੇਲਵੇ, ਬੈਲ ਗੱਡੀਆਂ, ਟਰੱਕ, ਸਮੁੰਦਰੀ ਜਹਾਜ਼। ਅਸੀਂ ਜਾਣਦੇ ਹਾਂ ਕਿ ਬੈਲ ਗੱਡੀਆਂ ਅੱਜ ਕੱਲ੍ਹ ਬਹੁਤ ਗੱਲ ਜਿਹੜੀ ਘਟ ਗਈ ਹੈ ਗਿਣਤੀ ਦਾ, ਇਹਨਾਂ ਨੂੰ ਅਸੀਂ ਆਧੁਨਿਕ ਤਰੀਕਿਆਂ ਦੇ ਵਿੱਚ ਸ਼ਾਮਲ ਨਹੀਂ ਕਰਦੇ। ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਬੰਬੇ ਤੇ ਥਾਣਾ ਵਿਚਕਾਰ 19 ਕਦੋਂ ਚਲਾਈ ਗਈ ਜੀ? ਵਿੱਚ ਬਣਾਈ ਗਈ ਸੀ ਤਾਂ 1853 ਈਸਵੀ। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਜੀ। 1853 ਈਸਵੀ ਦੇ ਵਿੱਚ ਜਿਹੜੀ ਬੰਬੇ ਤੋਂ ਥਾਣੇਸਰ ਜਾਂ ਥਾਣਾ ਵੀ ਬੋਲ ਦਿੰਦੇ ਆ, ਇਹਦੇ ਵਿਚਕਾਰ ਬਣਾਈ ਗਈ। ਭਾਰਤ ਵਿੱਚ ਰੇਲਵੇ ਟਰੈਕ ਦੀ ਕੁੱਲ ਲੰਬਾਈ ਕਿੰਨੀ ਹੈ? ਤਾਂ ਨੀਚੇ ਤੁਸੀਂ ਪੜ੍ਹ ਰਹੇ ਹੋਗੇ ਲਾਲ ਅੱਖਰ ਦੇ ਵਿੱਚ ਲਿਖਿਆ 115,000। ਕਿਸੇ ਵੀ ਤਰੀਕੇ ਨਾਲ ਅਸੀਂ ਯਾਦ ਰੱਖ ਸਕਦੇ ਹਾਂ। ਹਜ਼ਾਰਾਂ ਦੇ ਹਿਸਾਬ ਨਾਲ ਲੱਖ ਦੇ ਅਸੀਂ ਬੋਲ ਸਕਦੇ ਹਾਂ 1,15,000। ਠੀਕ ਹੈ। ਔਰ ਇੱਕ ਮੈਨੂੰ ਜੋ ਆਸਾਨ ਲੱਗਾ 115,000 ਕਿਲੋਮੀਟਰ ਤਾਂ ਬੜਾ ਹੀ ਆਸਾਨ ਆ। ਅਸੀਂ ਯਾਦ ਰੱਖਣਾ ਕਿਸੇ ਵੀ ਤਰੀਕੇ ਨਾਲ ਉਸ ਨੂੰ ਯਾਦ ਰੱਖਣਾ। ਠੀਕ ਹੈ ਜੀ। ਜਲ ਮਾਰਗਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੰਦ ਨਹੀਂ ਕੀਤਾ ਗਿਆ? ਜਲ ਮਾਰਗਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੰਦ ਨਹੀਂ ਕੀਤਾ ਗਿਆ? ਝੀਲ ਜਿਹੜੇ ਜਲ ਮਾਰਗ ਆ ਉਹਨਾਂ ਨੂੰ ਸ਼੍ਰੇਣੀਬੰਦ ਨਹੀਂ ਕੀਤਾ ਗਿਆ। ਇਹਨਾਂ ਵਿੱਚੋਂ ਕਿਹੜੀ ਭਾਰਤ ਵਿੱਚ ਜਨਤਕ ਖੇਤਰ ਵਿੱਚ ਇੱਕ 에ਅਰ ਟਰਾਂਸਪੋਰਟ ਕੰਪਨੀ ਨਹੀਂ ਹੈ? ਤਾਂ ਇੰਟਰਗਲੋਬ ਐਵੀਏਸ਼ਨ ਲਿਮਟਿਡ ਹੈ ਜਿਹੜੀ, ਉਹ ਭਾਰਤ ਦੇ ਵਿੱਚ ਜਨਤਕ ਖੇਤਰ ਵਿੱਚ 에ਅਰ ਟਰਾਂਸਪੋਰਟ ਕੰਪਨੀ ਨਹੀਂ ਹੈ। ਤਾਂ ਇਸ ਦੇ ਲਈ ਜਿਹੜੀਆਂ ਨੀਚੇ ਜੋ ਲਿਖੀਆਂ ਹੋਈਆਂ ਇਹਦਾ ਮਤਲਬ ਇੰਡੀਅਨ 에ਅਰਲਾਈਨਸ ਕਾਰਪੋਰੇਸ਼ਨ ਔਰ ਇੰਡੀਆ 에ਅਰਲਾਈਨਸ ਇੰਟਰਨੈਸ਼ਨਲ, ਇਹ ਅਸੀਂ ਜਾਣਦੇ ਹਾਂ ਸਾਰੀਆਂ ਕੀ ਆ ਜਿਹੜੀਆਂ 에ਅਰ ਟਰਾਂਸਪੋਰਟ ਆ। ਠੀਕ ਹੈ ਜੀ। ਤਾਂ ਜਿਹੜੀ ਉੱਪਰ ਲਾਲ ਅੱਖਰ ਵਾਲਾ ਇਹ ਨਹੀਂ ਹੈ। ਉਸ ਤੋਂ ਅਗਲਾ ਚੌਥਾ ਸਵਾਲ ਜਿਹੜਾ ਹੈਗਾ ਸਾਡਾ ਜੀ, ਇਹਦੇ ਵਿੱਚ ਸਵਾਲ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਵਿੱਚ ਸ਼ਕਤੀ ਦਾ ਮਹੱਤਵਪੂਰਨ ਸਰੋਤ ਨਹੀਂ ਹੈ? ਤਾਂ ਜਵਾਰੂ ਊਰਜਾ ਜਿਹੜੀ ਹੈਗੀ ਉਹ ਮਹੱਤਵਪੂਰਨ ਸ਼ਕਤੀ ਦਾ ਸਰੋਤ ਨਹੀਂ ਹੈ। ਥਰਮਲ ਪਾਵਰ ਭਾਰਤ ਵਿੱਚ ਕੁੱਲ ਬਿਜਲੀ ਉਤਪਾਦਨ ਦਾ ਡੈਸ਼ ਬਣਦਾ ਹੈ 68%। ਜਿਹੜਾ ਥਰਮਲ ਪਾਵਰ ਭਾਰਤ ਵਿੱਚ ਕੁੱਲ ਬਿਜਲੀ ਉਤਪਾਦਨ ਕਰਦਾ ਹੈ। ਹਾਲੇ ਵੀ ਡੈਸ਼ ਭਾਰਤ ਵਿੱਚ ਨੇ ਪਿੰਡ ਬਿਜਲੀ ਤੋਂ ਬਿਨਾਂ ਹਨ 16%। ਅਸੀਂ ਪਿੱਛੇ ਪੜਿਆ ਸੀ ਜਿਵੇਂ ਕਿ ਬਿਜਲੀ ਸਾਰੇ ਤੱਕ ਨਹੀਂ ਪਹੁੰਚੀ ਹੈ ਤੇ 16% ਹਜੇ ਵੀ ਜਿਹੜੇ ਪਿੰਡ ਆ ਬਿਜਲੀ ਤੋਂ ਵਾਂਝੇ ਹਨ। ਭਾਰਤ ਵਿੱਚ ਬਹੁਉਦੇਸ਼ੀ ਸਿੰਚਾਈ ਪ੍ਰੋਜੈਕਟਾਂ ਦੀ ਕਿਹੜੀ ਮਿਸਾਲ ਉਦਾਹਰਨ ਹੈ? ਤਾਂ ਉੱਪਰ ਦਿੱਤੇ ਸਾਰੇ ਹੀ ਭਾਖੜਾ ਨੰਗਲ ਪ੍ਰੋਜੈਕਟ, ਦਮੋਦਰ ਵੈਲੀ ਪ੍ਰੋਜੈਕਟ, ਨਰਮਦਾ ਨਦੀ ਪ੍ਰੋਜੈਕਟ, ਇਹ ਸਾਰੇ ਹੀ ਜਿਹੜੇ ਹੈਗੇ ਆ ਬਹੁਉਦੇਸ਼ੀ ਸਿੰਚਾਈ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ। ਦੀ ਇੱਕ ਮਿਸਾਲ ਹਨ ਭਾਰਤੀ ਅਰਥ ਵਿਵਸਥਾ ਵਿੱਚ ਮੌਦਰਿਕ ਆਰਥਿਕ ਆਧਾਰਿਕ ਸੰਰਚਨਾ ਵਿੱਚ ਸ਼ਾਮਲ ਹਨ। ਭਾਰਤੀ ਆਰਥਿਕਤਾ ਵਿੱਚ ਮੌਦਰਿਕ ਆਧਾਰਿਕ ਸੰਰਚਨਾ ਦੇ ਵਿੱਚ ਸ਼ਾਮਲ ਹਨ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਬੈਂਕਿੰਗ ਸਿਸਟਮ, ਗੈਰ ਬੈਂਕਿੰਗ ਸੰਸਥਾ, ਪੂੰਜੀ ਬਾਜ਼ਾਰ ਤੇ ਸਾਰੇ ਹੀ ਇਹਦੇ ਵਿੱਚ ਸ਼ਾਮਲ ਹਨ। ਡੈਸ਼ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ ਤਾਂ 1935 ਈਸਵੀ ਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ। ਕਿਹੜਾ RBI ਦਾ ਮੁੱਖ ਕੰਮ ਨਹੀਂ ਹੈ? ਨੋਟ ਮੁਦਰਾ ਜਾਰੀ ਕਰਨਾ, ਇਹ ਉਹਦਾ ਕੰਮ ਹੈ ਜੀ। ਸਰਕਾਰੀ ਬੈਂਕਾਂ ਨੂੰ ਸ਼ਾਹਕਾਰ ਵਜੋਂ ਕੰਮ ਕਰਨਾ, ਇਹ ਵੀ ਉਸਦਾ ਕੰਮ ਹੈ। ਸਰਕਾਰ ਦੇ ਬਜਟ ਨੂੰ ਨਿਰਧਾਰਿਤ ਕਰਨਾ, ਇਹ ਜਿਹੜਾ RBI ਦਾ ਕੰਮ ਨਹੀਂ ਹੈ। ਇਹ ਬੜਾ ਮਹੱਤਵਪੂਰਨ ਪ੍ਰਸ਼ਨ ਹੈ ਜੀ। ਉਦਯੋਗਿਕ ਖੇਤਰ ਦੀਆਂ ਕਰਜ਼ੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਸ ਦੀ ਸਥਾਪਨਾ ਕੀਤੀ ਗਈ? ਉਦਯੋਗਿਕ ਵਿਕਾਸ ਬੈਂਕ, ਉਦਯੋਗਿਕ ਵਿੱਤ ਕਾਰਪੋਰੇਸ਼ਨ, ਛੋਟੇ ਉਦਯੋਗ ਵਿਕਾਸ ਬੈਂਕ, ਤਾਂ ਪ੍ਰੋਕਰ ਸਾਰੇ ਦਿੱਤੇ ਗਏ ਇਹਨਾਂ ਸਾਰਿਆਂ ਦੀ ਹੀ ਸਥਾਪਨਾ ਕੀਤੀ ਗਈ। ਖੇਤੀਬਾੜੀ ਸੈਕਟਰ ਲਈ ਕ੍ਰੈਡਿਟ ਕਰਜ਼ੇ ਇਸ ਦੁਆਰਾ ਨਹੀਂ ਦਿੱਤੇ ਜਾਂਦੇ? ਕਿਸ ਦੁਆਰਾ ਨਹੀਂ ਦਿੱਤੇ ਜਾਂਦੇ? RBI ਦੁਆਰਾ ਇਹ ਜਿਹੜੇ ਕਰਜ਼ੇ ਆ ਉਹ ਨਹੀਂ ਦਿੱਤੇ ਜਾਂਦੇ। ਨਾਬਾਰਡ ਦਾ ਪੂਰਾ ਨਾਂ ਲਿਖੋ, ਨੈਸ਼ਨਲ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਬੈਂਕ। ਤਾਂ ਇਹ ਤੁਸੀਂ ਨੋਟ ਕਰ ਲੈਣਾ। ਅਗਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਉਦਾਹਰਨ ਭਾਰਤ ਵਿੱਚ ਗੈਰ ਬੈਂਕਿੰਗ ਵਿੱਤੀ ਸੰਸਥਾ ਦੀ ਹੈ? ਯੂਨਿਟ ਟਰਸਟ ਆਫ ਇੰਡੀਆ, ਜੀਵਨ ਬੀਮਾ ਨਿਗਮ, ਤਾਂ ਇਹ ਦੋਨੋਂ ਹੀ ABC ਤੇ ਇਹ ਕੁਐਸਚਨ 1 ਨੰਬਰ ਦੇ ਵਿੱਚ ਅਕਸਰ ਹੀ ਆਉਂਦੇ ਆ। ਤਾਂ ਅਸੀਂ ਯੂਨਿਟ ਟਰਸਟ ਆਫ ਇੰਡੀਆ, ਜੀਵਨ ਬੀਮਾ ਨਿਗਮ ਇਹ ਯਾਦ ਰੱਖਣਾ। ਹੇਠ ਲਿਖਿਆਂ ਵਿੱਚੋਂ ਕਿਹੜੀ ਕੰਪਨੀਆਂ ਦੇ ਸ਼ੇਅਰਾਂ ਅਤੇ ਡਿਬੈਂਚਰਾਂ ਦੀ ਵਿਕਰੀ ਅਤੇ ਖਰੀਦ ਦਾ ਕੰਮ ਕਰ ਰਿਹਾ ਹੈ? ਤਾਂ ਇਹਦੇ ਵਿੱਚ ਸਟਾਕ ਐਕਸਚੇਂਜ ਔਰ ਸ਼ੇਅਰ ਬਾਜ਼ਾਰ ਇਹ ਦੋਵੇਂ ਹੀ ਆਉਣਗੇ। A ਤੇ B ਦੋਨਾਂ ਦਾ ਹੀ ਇਹ ਸਹੀ ਹੋਏਗਾ ਤੇ ਦੋਨੋਂ ਹੀ ਅਸੀਂ ਯਾਦ ਰੱਖਣੇ ਆ। ਵਪਾਰਕ ਸ਼੍ਰੇਣੀਆਂ ਹੇਠਲੇ ਤਰੀਕਿਆਂ ਵਿੱਚ ਖਪਤਕਾਰਾਂ ਦੀ ਸ਼ੋਸ਼ਣ ਕਰਨ ਦਾ ਲਈ ਆਪਣੇ ਸਾਰੇ ਉਪਰਾਲੇ ਕਰ ਰਹੀਆਂ ਹਨ। ਕਿਹੜੇ ਉਪਰਾਲੇ ਕਰ ਰਹੀਆਂ ਨੇ? ਸ਼ੋਸ਼ਣ
ਜਿਹੜੀ ਸ਼ੋਸ਼ਣ ਕਰਨ ਲਈ ਆਪਣੇ ਸਾਰੇ ਉਪਤਾਲੇ ਕਿਹੜੀ ਮਿਲਾਵਟ ਅਤੇ ਉਪ ਮਾਨਕ ਪੈਕ ਸਮਾਨ ਗੈਰ ਮਿਆਰੀ ਤੋਲ ਦੀ ਵਰਤੋਂ ਤੇ ਗੁੰਮਰਾਹਕੁੰਮ ਅਤੇ ਮਨਘੜਤ ਹੁਸ਼ਿਆਰ ਇਹ ਜਿਹੜੀਆਂ ਸਾਰੀਆਂ ਤਰੀਕਿਆਂ ਜਿਹੜੀਆਂ ਵਪਾਰਕ ਸ਼੍ਰੇਣੀਆਂ ਵਪਾਰੀ ਲੋਕ ਆ ਜਿਹੜੇ ਸਾਰੇ ਤਰੀਕਿਆਂ ਨਾਲ ਕੀ ਆ ਜਿਹੜੇ ਖਪਤਕਾਰ ਆ ਯਾਨੀ ਕਿ ਜਿਹੜੇ ਗ੍ਰਾਹਕ ਆ ਉਹਨਾਂ ਨੂੰ ਗੁੰਮਰਾਹ ਕਰ ਰਹੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਆ। ਠੀਕ ਹੈ ਜੀ। ਉਤਪਾਦਕਾਂ ਤੇ ਵਪਾਰੀਆਂ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ? ਤਾਂ ਏਕਾਧਿਕਾਰ ਅਤੇ ਪ੍ਰਤੀਬੰਧਿਤ ਵਪਾਰ ਵਿਵਹਾਰ ਜਿਹਨੂੰ ਅਸੀਂ MRTP ਐਕਟ ਬੋਲਦੇ ਹਾਂ ਇਹ ਵੀ ਨਹੀਂ ਅਪਣਾਇਆ ਜਾ ਰਿਹਾ ਜਾਂ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਏਕਾਧਿਕਾਰ ਅਤੇ ਪ੍ਰਤੀਬੰਧਿਤ ਵਪਾਰ ਵਿਵਹਾਰ ਕਾਨੂੰਨ ਭਾਰਤ ਵਿੱਚ ਡੈਸ਼ ਪਾਸ ਕੀਤਾ ਗਿਆ। ਕਦੋਂ ਪਾਸ ਕੀਤਾ ਗਿਆ? 1969 ਈਸਵੀ ਦੇ ਵਿੱਚ ਭਾਰਤ ਵਿੱਚ ਇਹ ਪਾਸ ਕੀਤਾ ਗਿਆ। ਉਪਭੋਗਤਾ ਸੁਰੱਖਿਆ ਐਕਟ 1986 ਖਪਤਕਾਰਾਂ ਨੂੰ ਇਹਨਾਂ ਤੋਂ ਸੁਰੱਖਿਅਤ ਕਰਦਾ ਹੈ। ਸਿਰਫ ਵੱਡੇ ਉਤਪਾਦਕਾਂ ਦੀਆਂ ਗਲਤੀਆਂ ਦਰਮਿਆਨੇ ਅਤੇ ਛੋਟੇ ਪੱਧਰ ਦੇ ਉਦਯੋਗਾਂ ਦੇ ਵਪਾਰੀਆਂ ਦੁਆਰਾ ਕੀਤਾ ਜਾ ਰਿਹਾ ਸ਼ੋਸ਼ਣ ਇਹ ਸਾਰਿਆਂ ਤੋਂ ਉਤਪਾਦਾਂ ਦੀਆਂ ਸਾਰੀਆਂ ਸ਼੍ਰੇਣੀਆਂ ਤੋਂ ਹੀ ਜਿਹੜਾ ਇਹ ਸਾਨੂੰ ਕੀ ਆ ਬਚਾਉਂਦਾ ਹੈ। ਉਪਭੋਗਤਾ ਵਿਵਾਦ ਨਿਵਾਰਨ ਫੋਰਮ ਸਥਾਪਿਤ ਕੀਤੇ ਗਏ ਹਨ। ਕਿੱਥੇ ਕੀਤੇ ਗਏ ਹਨ? ਸਿਰਫ ਜ਼ਿਲ੍ਹਾ ਪੱਧਰ ਤੇ, ਸਿਰਫ ਰਾਜ ਪੱਧਰ ਤੇ, ਸਿਰਫ ਰਾਸ਼ਟਰੀ ਪੱਧਰ ਤੇ, ਸਾਰੇ ਪੱਧਰਾਂ ਤੇ ਹੀ ਜਿਹੜੇ ਉਪਭੋਗਤਾ ਵਿਵਾਦ ਨਿਵਾਰਨ ਫੋਰਮ ਸਥਾਪਿਤ ਕੀਤੇ ਗਏ ਹਨ। ਅਗਲਾ ਪ੍ਰਸ਼ਨ ਹੈ ਜੀ ਉਪਭੋਗਤਾਵਾਂ ਲਈ ਜ਼ਿਲ੍ਹਾ ਫੋਰਮ ਸ਼ਿਕਾਇਤਾਂ ਦਾ ਫੈਸਲਾ ਦੇ ਮੁੱਲ ਲਈ ਕਰਦਾ ਹੈ। ਤਾਂ ਇਹ ਹੈਗਾ ਜੀ ਜਿਹੜਾ ਕਿ 5 ਲੱਖ ਰੁਪਏ ਤੋਂ ਘੱਟ ਹੁੰਦਾ ਜਿਹੜਾ ਉਪਭੋਗਤਾ ਫੋਰਮ ਜ਼ਿਲ੍ਹਾ ਫੋਰਮ ਆ ਉਹ ਇਹਨਾਂ ਦਾ ਫੈਸਲਾ ਕਰਦੀ ਹੈ। ਉਪਭੋਗਤਾ ਦਾ ਹਫ਼ਤਾ ਸਾਰੇ ਦੇਸ਼ ਵਿੱਚ ਡੈਸ਼ ਵਿੱਚ ਮਨਾਇਆ ਜਾਂਦਾ ਹੈ। 15 ਮਾਰਚ ਤੋਂ 21 ਮਾਰਚ ਤੱਕ ਹਰ ਸਾਲ ਜਿਹੜਾ ਉਪਭੋਗਤਾ ਦਾ ਹਫ਼ਤਾ ਮਨਾਇਆ ਜਾਂਦਾ ਹੈ। ਅਗਲਾ ਕੁਐਸਚਨ ਹੈਗਾ ਜੀ ਖਪਤਕਾਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਉਪਭੋਗਤਾ ਜਾਗਰਣ ਖਪਤਕਾਰਾਂ ਦੇ ਪ੍ਰਤੀ ਜਾਗਰੂਕਤਾ ਡੈਸ਼ ਸ਼ੁਰੂ ਕੀਤਾ ਗਿਆ 1991 ਈਸਵੀ ਵਿੱਚ ਜਿਹੜਾ ਇਹ 1991 ਈਸਵੀ ਵਿੱਚ ਸ਼ੁਰੂ ਕੀਤਾ ਗਿਆ। ਮੰਗ ਅਤੇ ਸਪਲਾਈ ਦੀਆਂ ਪ੍ਰਭਾਵਸ਼ਾਲੀ ਤਾਕਤਾਂ ਹੇਠ ਦਿੱਤੇ ਕਾਰਨਾਂ ਲਈ ਜ਼ਿੰਮੇਵਾਰ ਨਹੀਂ ਹਨ। ਨਾਕਾਫੀ ਉਤਪਾਦਨ ਗਰੀਬੀ ਸਮਾਜ ਦੇ ਗਰੀਬ ਵਰਗ ਲਈ ਦੀ ਭਲਾਈ ਲਈ ਇਹ ਜ਼ਿੰਮੇਵਾਰ ਨਹੀਂ ਹਨ। ਮੰਗ ਤੇ ਸਪਲਾਈ ਸਮਾਜ ਦੇ ਗਰੀਬ ਵਰਗ ਦੀ ਭਲਾਈ ਲਈ। ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਜਨਤਕ ਵੰਡ ਪ੍ਰਣਾਲੀ ਦੇ ਹਿੱਸੇ ਨਾਲ ਸੰਬੰਧਿਤ ਨਹੀਂ ਹੈ? ਵੱਧ ਤੋਂ ਵੱਧ ਕੀਮਤਾਂ ਤੇ ਖਰੀਦ ਇਹ ਜਨਤਕ ਵੰਡ ਪ੍ਰਣਾਲੀ ਦੇ ਹਿੱਸੇ ਨਾਲ ਸੰਬੰਧਿਤ ਨਹੀਂ ਹੈ। 29 ਕੁਐਸਚਨ ਨੰਬਰ ਜਿਹੜਾ ਹੈਗਾ ਇਹਦੇ ਵਿੱਚ ਭਾਰਤ ਸਰਕਾਰ ਡੈਸ਼ ਦੀਆਂ ਸਿਫਾਰਸ਼ਾਂ ਤੇ ਨਿਰਧਾਰਿਤ ਕੀਮਤਾਂ ਦੇ ਅਨਾਜ ਦੀ ਖਰੀਦ ਕਰਦੀ ਹੈ। ਖੇਤੀ ਲਾਗਤਾਂ ਤੇ ਕੀਮਤਾਂ ਦਾ ਲਈ ਆਯੋਗ ਜਿਹੜਾ ਭਾਰਤ ਸਰਕਾਰ ਆ ਖੇਤੀ ਲਾਗਤਾਂ ਤੇ ਕੀਮਤਾਂ ਲਈ ਆਯੋਗ ਦੀਆਂ ਸਿਫਾਰਸ਼ਾਂ ਤੇ ਨਿਰਧਾਰਿਤ ਕੀਮਤਾਂ ਦੇ ਅਨਾਜ ਦੀ ਖਰੀਦ ਕਰਦੀ ਹੈ। ਪ੍ਰਸ਼ਨ ਨੰਬਰ 30 ਹੈ ਬਫਰ ਸਟਾਕ ਵਾਧੂ ਭੰਡਾਰ ਦਾ ਉਦੇਸ਼ ਜ਼ਰੂਰੀ ਚੀਜ਼ਾਂ ਜਿਵੇਂ ਕਿ ਅਨਾਜ ਤੇ ਚੀਨੀ ਆਦਿ ਦਾ ਭੰਡਾਰ ਸਰਕਾਰ ਦੁਆਰਾ ਰੱਖਣਾ ਹੈ ਤਾਂ ਕਿ ਕੀਮਤਾਂ ਨੂੰ ਵਧਣ ਤੋਂ ਰੋਕ ਸਕਦਾ, ਭੋਜਨ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ, ਜਨਤਾ ਨੂੰ ਚੀਜ਼ਾਂ ਦੀ ਘਾਟ ਤੋਂ ਬਚਾ ਸਕਦਾ ਹੈ। ਉਪਰੋਕਤ ਸਾਰੇ ਹੀ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਯਾਨੀ ਕਿ ਬਫਰ ਸਟਾਕ ਜਿਹੜਾ ਵਾਧੂ ਭੰਡਾਰ ਆ ਉਸਦਾ ਇਹ ਸਾਰੀਆਂ ਚੀਜ਼ਾਂ ਹੀ ਉਸਦਾ ਕੀ ਹੈ ਉਦੇਸ਼ ਹੈ। ਤਾਂ ਇਹ ਸਾਡਾ ਲੈਸਨ ਨੰਬਰ 2 ਹੈ। ਇਸ ਦਾ ਅਭਿਆਸ ਟੈਸਟ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਮੈਂ ਕਮੈਂਟ ਬਾਕਸ ਅਤੇ ਜਿਹੜੀ ਇਸ ਵੀਡੀਓ ਦਾ ਡਿਸਕ੍ਰਿਪਸ਼ਨ ਹੋਊਗਾ ਉਹਦੇ ਵਿੱਚ ਜਾ ਕੇ ਤੁਸੀਂ ਇਸ ਦਾ ਸੱਜੇ ਪਾਸੇ ਛੋਟਾ ਜਿਹਾ ਐਰੋ ਬਣਿਆ ਹੁੰਦਾ ਵੀਡੀਓ ਦੇ ਵਿੱਚ ਉਸ ਨੂੰ ਜਦੋਂ ਪ੍ਰੈਸ ਕਰੋਗੇ ਤਾਂ ਨੀਚੇ ਡਿਸਕ੍ਰਿਪਸ਼ਨ ਜਿਹੜਾ ਖੁੱਲ੍ਹ ਜਾਂਦਾ ਉੱਥੇ ਤੁਹਾਨੂੰ ਅਭਿਆਸ ਟੈਸਟ ਦਾ ਲਿੰਕ ਮਿਲ ਜਾਏਗਾ। ਇਸ ਕਰਕੇ ਉੱਥੇ ਜਾ ਕੇ ਆਪਣਾ ਅਭਿਆਸ ਟੈਸਟ ਜ਼ਰੂਰ ਕਰੋ। ਨੰਬਰ ਤੁਹਾਨੂੰ ਔਨ ਦਾ ਸਪੋਟ ਉਸੇ ਟਾਈਮ ਮਿਲ ਜਾਣਗੇ। ਔਰ ਜਿਹੜੇ ਇੰਗਲਿਸ਼ ਮੀਡੀਅਮ ਦੇ ਬੱਚੇ ਉਹ ਬਣੇ ਰਹਿਣ ਕਿਉਂਕਿ ਇਸ ਤੋਂ ਬਾਅਦ ਉਹਨਾਂ ਨੂੰ ਇੰਗਲਿਸ਼ ਮੀਡੀਅਮ ਦੇ ਜਿਹੜੇ ਨੋਟਸ ਆ ਵੈਸੇ ਪ੍ਰੋਵਾਈਡ ਹੋਣਗੇ। ਉਹ ਸਕਰੀਨਸ਼ਾਟ ਲੈ ਕੇ ਵੀਡੀਓ ਨੂੰ ਬਾਰ-ਬਾਰ ਦੇਖ ਕੇ ਆਪਣੇ ਨੋਟਸ ਇਸ ਤੋਂ ਤਿਆਰ ਕਰ ਸਕਦੇ। ਹਾਂਜੀ ਇੰਗਲਿਸ਼ ਮੀਡੀਅਮ ਵਾਲੇ ਬੱਚੇ ਇਸ ਵੀਡੀਓ ਨੂੰ ਪਾਉਜ਼ ਕਰਕੇ ਇਸ ਨੂੰ ਦੇਖ ਕੇ ਆਪਣੇ ਇਹ ਨੋਟਸ ਆ ਜਿਹੜੇ ਆਪਣੀ ਕਾਪੀ ਉੱਪਰ ਰਾਈਟ ਕਰ ਸਕਦੇ ਆ, ਇਸ ਨੂੰ ਦੇਖ ਸਕਦੇ ਆ, ਬਾਰ-ਬਾਰ ਵੀਡੀਓ ਨੂੰ ਦੇਖ ਸਕਦੇ ਆ, ਸਕਰੀਨਸ਼ਾਟ ਲੈ ਕੇ ਜਾਂ ਵੀਡੀਓ ਨੂੰ ਪਾਉਜ਼ ਕਰਕੇ ਤੁਸੀਂ ਇਹਨਾਂ ਨੂੰ ਆਪਣੀ ਕਾਪੀ ਉੱਪਰ ਉਤਾਰ ਸਕਦੇ ਹੋ। ਔਰ ਬਾਰ-ਬਾਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕਿਸੇ ਵੀ ਟਾਈਮ ਐਨੀ ਟਾਈਮ ਕਿਸੇ ਵੀ ਸਮੇਂ ਅਸੀਂ ਇਸ ਦੀ ਰਿਵੀਜ਼ਨ ਲੈ ਸਕਦੇ ਹਾਂ। ਕਿਸੇ ਸਫ਼ਰ 'ਤੇ ਜਾਂਦੇ ਸਮੇਂ ਕਿਸੇ ਸਮੇਂ ਵੀ ਅਸੀਂ ਚੈਨਲ ਨੂੰ ਖੋਲ੍ਹ ਕੇ ਇੱਥੇ ਜਾ ਕੇ ਇਸ ਦੀ ਰਿਵੀਜ਼ਨ ਲੈ ਸਕਦੇ ਹਾਂ ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਲਾਭਕਾਰੀ ਸਿੱਧ ਹੋਣ ਵਾਲੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਹੋਏ ਸਾਰੇ ਹੀ ਵਿਦਿਆਰਥੀਆਂ ਦੇ ਲਈ ਬੜੀ ਹੀ ਮਹੱਤਵਪੂਰਨ ਜਿਹੜੀ ਇਹ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚ ਰਹੀ ਹੈ। ਤਾਂ ਇਸ ਕਰਕੇ ਇਸ ਚੈਨਲ ਨਾਲ ਬਣੇ ਰਹੋ ਤਾਂ ਕਿ ਸਾਡੀ ਜਿਹੜੀ ਰਿਵੀਜ਼ਨ ਲਗਾਤਾਰ ਚੱਲਦੀ ਰਹੇ ਔਰ SST ਸਮਾਜਿਕ ਸਿੱਖਿਆ ਸੋਸ਼ਲ ਸਾਇੰਸ ਦੇ ਵਿੱਚ ਸਾਡੇ ਬਹੁਤ ਹੀ ਅੱਛੇ ਨੰਬਰ ਹੋਣ। ਅੱਗੇ ਤੋਂ ਅੱਗੇ ਜਿੰਨੇ ਵੀ ਸਾਡੇ ਫਰੈਂਡ ਸਰਕਲ ਦੇ ਵਿੱਚ ਬੱਚੇ ਪੜ੍ਹ ਰਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਇੰਗਲਿਸ਼ ਮੀਡੀਅਮ ਪੰਜਾਬੀ ਮੀਡੀਅਮ ਤਾਂ ਉਹਨਾਂ ਤੱਕ ਇਹ ਵੀਡੀਓ ਅਸੀਂ ਪਹੁੰਚਾਉਂਦੇ ਰਹੀਏ ਤਾਂ ਕਿ ਨਾਲ ਨਾਲ ਉਹਨਾਂ ਦਾ ਵੀ ਫਾਇਦਾ ਹੋਵੇ ਔਰ ਸਾਡਾ ਵੀ ਇਸ ਨਾਲ ਅਸੀਂ ਅੱਛੇ ਤੋਂ ਅੱਛੇ ਜਿਹੜੇ ਨੰਬਰ ਆ ਸਾਡੇ ਇਹਦੇ ਵਿੱਚ ਪ੍ਰਾਪਤ ਹੋ ਸਕਦੇ ਆ। ਤਾਂ ਵੀਡੀਓ ਨੂੰ ਜਿਸ ਤਰ੍ਹਾਂ ਮੈਂ ਬਾਰ-ਬਾਰ ਕਹਿ ਰਿਹਾ ਸਕਰੀਨਸ਼ਾਟ ਲੈ ਸਕਦੇ ਆ ਬੱਚੇ, ਪਾਉਜ਼ ਕਰਕੇ ਵੀਡੀਓ ਨੂੰ ਅਸੀਂ ਬਾਰ-ਬਾਰ ਇਸਦੇ ਨੋਟਸ ਤਿਆਰ ਕਰ ਸਕਦੇ ਹਾਂ। ਤਾਂ ਲਾਸਟ ਦੇ ਵਿੱਚ ਆ ਕੇ ਜੋ ਇੰਗਲਿਸ਼ ਮੀਡੀਅਮ ਦੇ ਬੱਚੇ ਆ ਉਹ ਆਪਣੇ ਨੋਟਸ ਦੇਖ ਸਕਦੇ ਆ। ਤਾਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਿਆ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਇਸਦਾ ਅਭਿਆਸ ਟੈਸਟ ਜ਼ਰੂਰ ਕਰਨਾ ਔਰ ਇਸੇ ਤਰ੍ਹਾਂ ਇਸ ਚੈਨਲ 'ਤੇ ਬਣੇ ਰਹਿਣਾ। ਜੀ ਬਹੁਤ ਬਹੁਤ ਧੰਨਵਾਦ ਜੀ।
ਤੁਸੀਂ ਇਸੇ ਤਰ੍ਹਾਂ ਇਸ ਵੀਡੀਓ ਨੂੰ ਜੇ ਕੋਈ ਕਿਸੇ ਕਿਸਮ ਦਾ ਸੁਝਾਅ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਉਸ 'ਤੇ ਤੁਸੀਂ ਕਮੈਂਟ ਕਰਨਾ ਕਿ ਸਾਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਤੁਹਾਡਾ ਸੁਝਾਅ ਹੋਵੇ। ਰਿਵੀਜ਼ਨ ਚੱਲ ਰਹੀ ਹੈ, ਪੂਰੇ ਦਾ ਪੂਰਾ ਜਿਹੜਾ ਸਾਡਾ ਸਿਲੇਬਸ ਹੈ ਉਸ ਦੀ ਰਿਵੀਜ਼ਨ ਹੋਏ, ਇਸ ਕਰਕੇ ਅਸੀਂ ਸਾਰਿਆਂ ਨੇ ਮਿਲ ਕੇ ਰਿਵੀਜ਼ਨ ਕਰਨੀ ਹੈ। ਬਹੁਤ ਬਹੁਤ ਧੰਨਵਾਦ।